ਅੱਜ ਦੀ ਸਥਿਤੀ ਤੁਸੀਂ ਦੇਖਦੇ ਹੋ, ਹਵਾ ਦੀ ਹੋਵੇ ਚਾਹੇ ਗੰਦਲਾ ਪਾਣੀ ਹੋਵੇ, ਕਿੰਨੇ ਕੁ ਗੁਨਾਹਗਾਰ ਆਪਾਂ ਕੁਦਰਤ। ਮੈਨੂੰ ਐਂ ਲੱਗਦਾ ਹੈ ਕਿ ਅਸੀਂ ਨਾ ਆਪਣੇ ਧਰਮਾਂ ਨੂੰ ਹੀ ਪਿੱਛੇ ਛੱਡ ਕੇ ਜਾ ਚੁੱਕੇ ਹਾਂ। ਇੱਕ ਪਾਸੇ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਦੇ ਵਿੱਚ ਅਸੀਂ ਪਹਿਲਾਂ ਕਹਿੰਦੇ ਹਾਂ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਾਮ। ਕਿ ਉਹੀ ਪੰਜਾਬ ਹੈ ਜਿੱਥੇ ਕਹਿ ਲਓ ਕਿ ਵਾਤਾਵਰਨ ਬਹੁਤ ਸ਼ੁੱਧ ਹੁੰਦਾ ਸੀ, ਔਰ ਅੱਜ ਅਸੀਂ ਦੇਖਦੇ ਹਾਂ ਤਾਂ ਸਾਨੂੰ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਉਹਨਾਂ ਵੱਲ ਦੇਖਣਾ ਪੈ ਰਿਹਾ। ਏਰੀਆ ਜਿਹੜੇ ਨੇ ਉਹ ਅੱਗੇ ਗਰਮ ਹੁੰਦੇ ਜਾ ਰਹੇ ਨੇ, ਜਿਹਨੂੰ ਅਸੀਂ ਗਲੋਬਲ ਵਾਰਮਿੰਗ ਕਹਿ ਰਹੇ ਹਾਂ। ਔਰ ਇਹਨਾਂ ਸਾਰਿਆਂ ਦਾ ਇੰਪੈਕਟ ਨਾ ਸਿਰਫ ਇਨਸਾਨ ਦੇ ਉੱਤੇ, ਪੂਰੀ ਸ੍ਰਿਸ਼ਟੀ ਦੇ ਉੱਤੇ ਪੈ ਰਿਹਾ। ਕਾਫੀ ਕੁਛ ਸਾਨੂੰ ਹਜੇ ਜਿਹੜਾ ਆ ਉਹ ਭੁਗਤਣਾ ਹੋਰ ਪਏਗਾ। ਦੂਜੀ ਚੀਜ਼, ਕੁਛ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਕਿ ਗੰਦਾ ਪਾਣੀ ਜਿਹੜਾ ਆ ਟਿਊਬਵੈੱਲ ਦੇ ਵਿੱਚੋਂ ਆ ਰਿਹਾ। ਤੁਸੀਂ ਇਹ ਦੇਖੋ ਕਿ ਅਸੀਂ ਕਿੰਨੇ ਸੈਲਫਿਸ਼ ਹੋ ਗਏ ਹਾਂ ਕਿ ਆਪਣਾ ਪੈਸਾ ਬਚਾਉਣ ਲਈ ਅਸੀਂ ਜਿੰਨਾ ਗੰਦਾ ਪਾਣੀ ਸੀ ਉਹਨੂੰ ਡਰੇਨ ਕਰ ਦਿੱਤਾ ਪੀਣ ਵਾਲੇ ਪਾਣੀ 'ਚ। ਤੁਸੀਂ ਦੇਖਦੇ ਹੋ ਕਿ ਇੱਕ ਦਾਰੂ ਦੀ ਫੈਕਟਰੀ ਦੇ ਵਿੱਚੋਂ ਜਦੋਂ ਲਾਹਣ ਵਾਹਿਆ ਜਾਂਦਾ ਤਾਂ ਉਹ ਜਾ ਕੇ ਬਿਆਸ ਦਰਿਆ ਦੇ ਵਿੱਚ ਜਾਂਦਾ ਅਤੇ ਕਿੰਨੀਆਂ ਮੱਛੀਆਂ ਮਰਦੀਆਂ। ਉਸ ਤੋਂ ਬਾਅਦ ਕਿੰਨਾ ਕੁ ਵੱਡਾ ਤੁਸੀਂ ਐਕਸ਼ਨ ਹੁਣ ਤੱਕ ਸੁਣਿਆ ਕਿ ਹੋਇਆ। ਅੱਜ ਇੰਨੀਆਂ ਕਿ ਟੈਕਨੋਲੋਜੀਜ਼ ਆ ਗਈਆਂ, ਚਾਹੇ ਉਹ 4G ਹੈ ਚਾਹੇ 5G ਦੀ ਵੀ ਹੁਣ ਗੱਲ ਚੱਲ ਪਈ ਹੈ। ਸੋ ਕਿੰਨਾ ਕੁਛ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚੋਂ ਖ਼ਤਮ ਕਰ ਲਿਆ। ਅਤੇ ਫਿਰ ਪੌਦੇ ਤਾਂ ਅਸੀਂ ਲਗਾਉਣੇ ਆ, ਅਸੀਂ ਬਚਾਉਣੇ ਆ। ਸੜਕਾਂ ਚੌੜੀਆਂ ਹੋਈਆਂ, 4 ਲਾਈਨ ਹੋਈਆਂ, ਦਰਖਤ ਵੱਢ ਦਿੱਤੇ ਗਏ ਕਿ ਉਹਦੀ ਜਗ੍ਹਾ ਨਵੇਂ ਲੱਗੇ। ਫਿਰ ਤਾਂ ਆਪਾਂ ਦੇਖ ਲਈਏ ਕਿ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਆ ਉਹ ਦਰਖਤਾਂ ਨੂੰ ਭੁੱਲ ਚੁੱਕੀ ਆ, ਆਪਣੀ ਇੱਕ ਵਿਰਾਸਤ ਨੂੰ ਪੰਜਾਬ ਦੀ ਨੂੰ ਭੁੱਲ ਚੁੱਕੀ ਆ। ਉਹ ਕਈ ਗੱਲਾਂ 'ਚ ਅਸੀਂ ਕਹੀਏ ਤਾਂ ਪੁਰਾਣੇ ਬਜ਼ੁਰਗਾਂ ਦੀਆਂ ਕਈ ਖਾਸ ਗੱਲਾਂ ਸੀ। ਐਵੇਂ ਹੀ ਨਹੀਂ ਬਜ਼ੁਰਗ ਬੰਦੇ ਨੂੰ ਸਿਆਣਾ ਕਿਹਾ ਜਾਂਦਾ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ, ਜਿੱਦਾਂ ਉਹਨੂੰ ਨੌਲੇਜ ਵਧੀ ਕਿ ਨਹੀਂ ਇੱਦਾਂ ਦਾ ਕੁਛ ਨਹੀਂ ਹੈ, ਇਹ ਵੀ ਆਮ ਦਰਖਤ ਹੀ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ, ਇਹਨੂੰ ਵੀ ਵੱਢ ਲਓ, ਜਿੱਥੇ ਬਾਕੀ ਵੱਢੇ ਉੱਥੇ ਇਹ ਵੀ ਸੀ। ਤੁਸੀਂ ਇੱਕ ਚੀਜ਼ ਹੋਰ ਦੇਖੋ, ਸਾਡੇ ਘਰ ਦੇ ਬਾਹਰ ਇੱਕ ਦਰਖਤ ਲੱਗਿਆ, ਉਹ ਛਾਂ ਦੇ ਰਿਹਾ, ਉਹਨੂੰ ਵੀ ਵੱਢ ਦਿੱਤਾ ਜਾਂਦਾ ਹੈ ਕਿ ਇਹਦੇ ਜਿਹੜੇ ਪੱਤੇ ਡਿੱਗਦੇ ਨੇ, ਮੈਨੂੰ ਰੋਜ਼ ਸਫਾਈ ਕਰਨੀ ਪੈਂਦੀ। ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਇੱਕ ਪੌਦਾ ਆਉਂਦਾ ਜੰਡ। ਅੱਜ ਪਿੰਡ ਵਾਲਿਆਂ ਨੂੰ ਪੁੱਛ ਲਿਓ ਵੀ ਤੁਸੀਂ ਜੰਡ ਦਾ ਬੂਟਾ ਦੇਖਿਆ? ਔਰ ਸਾਡੇ ਟ੍ਰੈਡੀਸ਼ਨਲ ਪੌਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ TV ਦਾ ਤੁਹਾਡਾ ਸਵਾਗਤ। ਮੈਂ ਸੰਸਾਰਦੀਪ। ਦੋਸਤੋ, ਕੁਦਰਤ ਕਿਹਾ ਜਾਂਦਾ, ਕਹਿੰਦੇ ਬਹੁਤ ਬਲਵਾਨ ਆ। ਕੁਦਰਤ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਜਿਹੜਾ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਦਿੱਤੀਆਂ ਨੇ। ਸਾਫ਼ ਹਵਾ, ਸਾਫ਼ ਪਾਣੀ ਸਾਨੂੰ ਮੁਹੱਈਆ ਕੁਦਰਤ ਵੱਲੋਂ ਬਿਨਾਂ ਕਿਸੇ ਕੀਮਤ ਅਦਾ ਕੀਤੇ ਕੁਦਰਤ ਵੱਲੋਂ ਕਰਵਾਇਆ ਜਾਂਦਾ ਹੈ। ਪਰ ਇਨਸਾਨ ਦੀ ਗਲਤੀ ਦੇਖੋ ਕਿ ਕੁਦਰਤ ਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ। ਕੁਦਰਤ ਵੱਲੋਂ ਮੁਹੱਈਆ ਕਰਾਏ ਗਏ ਦਰੱਖਤ ਨੇ ਜਿਹੜੇ ਉਹ ਵੱਢੇ ਜਾਂਦੇ ਨੇ, ਜਾਂ ਸ਼ੁੱਧ ਹਵਾ ਜੋ ਸਾਨੂੰ ਦਿੱਤੀ ਜਾਂਦੀ ਆ ਉਹਨੂੰ ਗੰਦਲਾ ਅੱਜ ਦੇ ਇਨਸਾਨਾਂ ਵੱਲੋਂ ਕੀਤਾ ਜਾਂਦਾ। ਲੋੜ ਆ ਉਹਨਾਂ ਨੂੰ ਸਾਂਭਣ ਦੀ, ਕਿਸ ਤਰ੍ਹਾਂ ਸਾਂਭ ਸਕਦੇ ਹਾਂ ਅਤੇ ਕਿੰਨਾ ਕੁ ਸਾਡੇ ਲਈ ਇਹ ਚੀਜ਼ਾਂ ਨੁਕਸਾਨਦਾਇਕ ਨੇ, ਉਹ ਜਾਣਨ ਦੇ ਲਈ ਐਗਰੀਕਲਚਰ ਡਿਪਾਰਟਮੈਂਟ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਪ੍ਰੋਫੈਸਰ ਜੁਝਾਰ ਸਿੰਘ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਕੁਦਰਤ ਨੇ ਸਾਨੂੰ ਇੱਕ ਅਨਮੋਲ ਖਜ਼ਾਨਾ ਦਿੱਤਾ ਹੈ ਜਿਹੜਾ ਜੀ ਆਪਣੀ ਜ਼ਿੰਦਗੀ ਦੇ ਵਿੱਚ, ਚਾਹੇ ਉਹ ਹਵਾ ਹੋਵੇ ਚਾਹੇ ਪਾਣੀ ਹੋਵੇ। ਜੀ ਅੱਜ ਦੀ ਸਥਿਤੀ ਤੁਸੀਂ ਦੇਖਦੇ ਹੋ, ਹਵਾ ਦੀ ਹੋਵੇ ਚਾਹੇ ਗੰਦਲਾ ਪਾਣੀ ਹੋਵੇ, ਜੀ ਕਿੰਨੇ ਕੁ ਗੁਨਾਹਗਾਰ ਆਪਾਂ ਕੁਦਰਤ ਦੇ। ਦੇਖੋ, ਇੱਕ ਚੀਜ਼ ਅਸੀਂ ਦੇਖੀਏ ਤਾਂ ਮੈਨੂੰ ਐਂ ਲੱਗਦਾ ਹੈ ਕਿ ਅਸੀਂ ਨਾ ਆਪਣੇ ਧਰਮਾਂ ਨੂੰ ਹੀ ਪਿੱਛੇ ਛੱਡ ਕੇ ਜਾ ਚੁੱਕੇ ਹਾਂ। ਇੱਕ ਪਾਸੇ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਦੇ ਵਿੱਚ ਅਸੀਂ ਪਹਿਲਾਂ ਕਹਿੰਦੇ ਹਾਂ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਾਮ। ਜੀ, ਉਸ ਕੁਦਰਤ ਨੂੰ ਜਿਹੜੇ ਹੈ ਕੋਈ ਵੀ ਦੇਣ ਅਸੀਂ ਨਹੀਂ ਦੇ ਸਕਦੇ। ਸਾਹ ਲੈ ਰਹੇ ਹਾਂ ਤਾਂ ਉਸ ਕੁਦਰਤ ਕਰਕੇ। ਇੱਕ ਬੈਲੈਂਸ ਕੁਦਰਤ ਨੇ ਬਣਾਇਆ। ਦੇਖੋ, ਜਿਹੜੇ ਪੌਦੇ ਨੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਕਸੀਜਨ ਛੱਡਦੇ ਨੇ, ਅਤੇ ਉਹੀ ਆਕਸੀਜਨ ਅਸੀਂ ਯੂਜ਼ ਕਰਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਇਸੇ ਤਰ੍ਹਾਂ ਜਿੰਨੇ ਜੀਵ ਜੰਤ ਨੇ ਉਹਨਾਂ ਦਾ ਆਪਸ ਦੇ ਵਿੱਚ ਬੈਲੈਂਸ ਹੈ। ਜਿਵੇਂ ਕੌਣ ਜੀਵ ਕਿਹਨੂੰ ਖਾ ਰਿਹਾ, ਉਸ ਤਰ੍ਹਾਂ ਇੱਕ ਪੂਰੀ ਫੂਡ ਚੇਨ ਸਰਕਲ ਬਣਿਆ। ਜਦੋਂ ਅਸੀਂ ਇਹਦੇ ਵਿੱਚੋਂ ਇੱਕ ਨੂੰ ਡਿਸਟਰਬ ਕਰਾਂਗੇ ਤਾਂ ਪੂਰੀ ਦੀ ਪੂਰੀ ਜਿਹੜੀ
ਕਹਿ ਲਓ ਚੇਨ ਆ ਉਹ ਡਿਸਟਰਬ ਹੋਏਗੀ। ਜੀ। ਹੁਣ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਜੰਗਲ ਦੇ ਵਿੱਚ ਤੁਸੀਂ ਹਿਰਨਾਂ ਦੀ ਮਾਤਰਾ ਖਤਮ ਕਰ ਦਿੰਦੇ ਹੋ ਸ਼ਿਕਾਰ ਕਰ ਕਰਕੇ। ਤੁਸੀਂ ਦੇਖਦੇ ਹੋ ਉਸ ਜੰਗਲ ਦੇ ਵਿੱਚੋਂ ਜਿਹੜੇ ਸ਼ੇਰ ਨੇ ਉਹ ਜਿਹੜੀ ਸਾਡੀ ਰਿਹਾਇਸ਼ ਹੈ ਉਹਦੇ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਖਾਣਾ ਤਾਂ ਹੈ। ਉਸ ਚੇਨ ਨੂੰ ਜਦੋਂ ਅਸੀਂ ਡਿਸਟਰਬ ਕਰਾਂਗੇ ਤਾਂ ਦਿੱਕਤ ਆਏਗੀ। ਹੁਣ ਇੱਕ ਐਗਜ਼ਾਮਪਲ ਹੋਰ ਦਿੰਦਾ ਕਿ ਉਹੀ ਪੰਜਾਬ ਹੈ ਜਿੱਥੇ ਕਹਿ ਲਓ ਕਿ ਵਾਤਾਵਰਨ ਬਹੁਤ ਸ਼ੁੱਧ ਹੁੰਦਾ ਸੀ, ਔਰ ਅੱਜ ਅਸੀਂ ਦੇਖਦੇ ਹਾਂ ਤਾਂ ਸਾਨੂੰ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਉਹਨਾਂ ਵੱਲ ਦੇਖਣਾ ਪੈ ਰਿਹਾ। ਦਿੱਲੀ ਦੀ ਗੱਲ ਕਰ ਲਈਏ ਤਾਂ ਇੰਨਾ ਕੁ ਪੋਲਿਊਸ਼ਨ ਸਰਦੀਆਂ 'ਚ ਹੋ ਜਾਂਦਾ ਹੈ ਕਿ ਸਮੋਗ ਬਣਦੀ ਹੈ। ਉਹੀ ਚੀਜ਼ ਜਦੋਂ ਅਸੀਂ ਹਿਮਾਚਲ 'ਚ ਦੇਖਦੇ ਹਾਂ ਤਾਂ ਹਿਮਾਚਲ ਦਾ ਵਾਤਾਵਰਨ ਬਿਲਕੁਲ ਸਾਫ਼ ਹੁੰਦਾ ਹੈ। ਇੱਕ ਹੋਰ ਚੀਜ਼ ਜਿਹੜੀ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਸਾਰਾ ਕੁਛ ਦੇਖਦੇ ਹੋ ਇੱਕ ਵਾਰ ਰਿਅਲਾਈਜ਼ ਕਰਕੇ ਦੇਖਿਓ ਕਿ ਪਿਛਲੇ ਕੁਛ 25-30 ਸਾਲ ਅਤੇ ਹੁਣ ਦੇ ਜਿਹੜੇ ਸਮਾਂ ਚੱਲ ਰਿਹਾ, ਜੋ ਰਾਜਸਥਾਨ 'ਚ ਉਸ ਟਾਈਮ ਟੈਂਪਰੇਚਰ ਸੀ ਉਹ ਪੰਜਾਬ ਦਾ ਹੋ ਚੁੱਕਾ ਹੈ। ਜੋ ਪੰਜਾਬ ਦਾ ਅੱਜ ਹੈ ਉਹ ਸ਼ਿਮਲਾ ਸੋਲਨ ਦਾ ਹੋ ਚੁੱਕਾ ਹੈ, ਜੋ ਪਹਿਲਾਂ ਦਾ ਸੀ ਪੰਜਾਬ ਦਾ। ਹੁਣ ਜੋ ਸ਼ਿਮਲਾ ਸੋਲਨ ਦਾ ਅੱਜ ਹੈ ਉਹ ਅੱਗੇ ਸ਼ਿਫਟ ਹੋ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਏਰੀਆ ਜਿਹੜੇ ਨੇ ਉਹ ਅੱਗੇ ਗਰਮ ਹੁੰਦੇ ਜਾ ਰਹੇ ਨੇ, ਜਿਹਨੂੰ ਅਸੀਂ ਗਲੋਬਲ ਵਾਰਮਿੰਗ ਕਹਿ ਰਹੇ ਹਾਂ। ਔਰ ਇਹਨਾਂ ਸਾਰਿਆਂ ਦਾ ਇੰਪੈਕਟ ਨਾ ਸਿਰਫ ਇਨਸਾਨ ਦੇ ਉੱਤੇ, ਪੂਰੀ ਸ੍ਰਿਸ਼ਟੀ ਦੇ ਉੱਤੇ ਪੈ ਰਿਹਾ। ਕਾਫੀ ਕੁਛ ਸਾਨੂੰ ਹਜੇ ਜਿਹੜਾ ਆ ਉਹ ਭੁਗਤਣਾ ਹੋਰ ਪਏਗਾ। ਤੁਸੀਂ ਦੇਖ ਰਹੇ ਹੋ ਕਿ ਬਰਸਾਤਾਂ ਇੱਕੋ ਦਮ ਮੀਂਹ ਪੈ ਜਾਂਦੇ ਨੇ, ਔਰ ਕਈ ਵਾਰ ਇਹ ਹੁੰਦਾ ਸੋਕਾ ਹੀ ਨਿਕਲ ਜਾਂਦਾ, ਕਈ ਵਾਰ ਹੜ੍ਹ ਆ ਜਾਂਦੇ ਨੇ। ਸੋ ਇਹ ਚੀਜ਼ਾਂ ਦੇਖਣ ਵਾਲੀਆਂ ਕਿ ਜਦੋਂ ਅਸੀਂ ਕੁਦਰਤ ਨੂੰ ਛੇੜਾਂਗੇ ਤਾਂ ਫਿਰ ਕੁਦਰਤ ਜਦੋਂ ਉਹਦਾ ਨਿਆਂ ਕਰੇਗੀ ਤਾਂ ਫਿਰ ਬਹੁਤ ਕੁਝ ਭੁਗਤਣਾ ਪਏਗਾ। ਗਲੋਬਲ ਵਾਰਮਿੰਗ ਦੀ ਤੁਸੀਂ ਨੇ ਗੱਲ ਕੀਤੀ ਹੈਗੀ ਆ, ਇੰਟਰਨੈਸ਼ਨਲ ਲੈਵਲ 'ਤੇ ਗੱਲ ਕਰੀਏ ਤਾਂ ਬਹੁਤ ਵੱਡਾ ਮੁੱਦਾ ਇਹਦਾ ਹੈਗਾ। ਵੱਡੇ ਦੇਸ਼ ਜਿਹੜੇ ਨੇ ਇਸ ਦੇ ਸੰਬੰਧ ਦੇ ਵਿੱਚ ਮੀਟਿੰਗਸ ਕਰਦੇ ਨੇ। ਮੀਟਿੰਗਸ ਸਿਰਫ ਦੇਖਣ ਨੂੰ ਮਿਲਦੀਆਂ ਨੇ, ਪਰ ਗਰਾਊਂਡ ਲੈਵਲ ਦੀ ਜੇ ਰਿਐਲਿਟੀ ਚੈੱਕ ਕਰੀਏ ਤਾਂ ਜਿਉਂ ਦੀ ਤਿਉਂ ਹੈਗੀ ਆ। ਕੋਈ ਜ਼ਿਆਦਾ ਫਰਕ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ। ਕਮੀ ਕਿੱਥੇ ਰਹਿ ਰਹੀ ਆ ਫਿਰ ਜੇ ਮੀਟਿੰਗਸ ਨੂੰ ਜਿਹੜਾ ਗਰਾਊਂਡ ਲੈਵਲ 'ਤੇ ਲੈ ਕੇ ਆਉਣ ਦੇ ਲਈ? ਦੇਖੋ, ਜਿੱਦਾਂ ਤੁਸੀਂ ਮੀਟਿੰਗਸ ਦੀ ਗੱਲ ਕਰ ਰਹੇ ਹੋ, ਮੈਂ ਇੱਕ ਮੀਟਿੰਗ ਦੀ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਜੀ। ਜਿੰਨੇ ਦੇਸ਼ ਨੇ ਉਹਨਾਂ 'ਚੋਂ ਮੈਕਸੀਮਮ ਇਕੱਠੇ ਹੋਏ, ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਨੇ ਕਿਹਾ ਕਿ ਪੋਲਿਊਸ਼ਨ ਬਹੁਤ ਪੈਦਾ ਹੋ ਰਿਹਾ ਔਰ ਸਾਨੂੰ ਇਸ 'ਤੇ ਕੰਟਰੋਲ ਕਰਨਾ ਚਾਹੀਦਾ। ਡਿਵੈਲਪਿੰਗ ਕੰਟਰੀਜ਼ ਨੇ ਕਿਹਾ ਕਿ ਤੁਸੀਂ ਇੰਨਾ ਜ਼ਿਆਦਾ ਪੋਲਿਊਸ਼ਨ ਕਰ ਚੁੱਕੇ ਹੋ, ਹੁਣ ਤੁਸੀਂ ਸਾਡੇ 'ਤੇ ਰੋਕ ਕਿੱਦਾਂ ਲਾ ਸਕਦੇ ਹੋ? ਕਿ ਜੇਕਰ ਅਸੀਂ ਆਪਣੇ ਆਪ 'ਤੇ ਰੋਕ ਲਾਉਂਦੇ ਹਾਂ ਤਾਂ ਅਸੀਂ ਡਿਵੈਲਪ ਹੋ ਹੀ ਨਹੀਂ ਸਕਦੇ। ਤੁਸੀਂ ਤਾਂ ਆਪਣੀ ਇੰਡਸਟਰੀਆਂ ਖੜੀਆਂ ਕਰ ਲਈਆਂ, ਤੁਸੀਂ ਤਾਂ ਪੋਲਿਊਸ਼ਨ ਕ੍ਰੀਏਟ ਕਰ ਲਿਆ, ਹੁਣ ਸਾਨੂੰ ਤੁਸੀਂ ਕਹਿ ਰਹੇ ਹੋ ਇਹ ਨਾ ਲਾਓ। ਸੋ ਟੋਟਲ ਦੇਖਦੇ ਹਾਂ ਤਾਂ ਬਹੁਤ ਕੁਛ ਰੂਲ ਬਣੇ, ਪਰ ਉਹ ਰੂਲ ਦੀ ਪਾਲਣਾ ਕਿੰਨੀ ਕੁ ਹੋ ਰਹੀ ਹੈ ਉਹ ਦੇਖਣ ਦੀ ਗੱਲ ਹੈ। ਹੁਣ ਦੇਖੋ, ਇੱਕ ਪਾਸੇ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਵੀ ਹੈ ਸਾਡੇ ਕੋਲ, ਔਰ ਅਸੀਂ ਇਹ ਵੀ ਸਾਰਾ ਕੁਛ ਜਾਣਦੇ ਹਾਂ ਕਿ ਲੁਧਿਆਣੇ ਦੇ ਗੰਦੇ ਨਾਲੇ ਦੀ ਕੀ ਹਾਲਤ ਹੈ। ਸਭ ਤੋਂ ਵੱਡਾ ਮੁੱਦਾ ਪੰਜਾਬ ਦਾ। ਦੂਜੇ ਪਾਸੇ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਕਿਸੇ ਟਾਈਮ ਮੰਡੀ ਗੋਬਿੰਦਗੜ੍ਹ ਜਿਹੜਾ ਸੀ ਸਭ ਤੋਂ ਪੋਲਿਊਟਿਡ ਸ਼ਹਿਰਾਂ ਦੇ ਵਿੱਚੋਂ ਆਉਂਦਾ ਸੀ। ਪਹਿਲੇ 10 ਸ਼ਹਿਰਾਂ 'ਚ ਉਹ ਆਉਂਦਾ ਸੀ। ਅੱਜ ਕਿਸੇ ਨਾ ਕਿਸੇ ਕਾਰਨ ਕਰਕੇ ਜਦੋਂ ਇੰਡਸਟਰੀ ਘਟੀ ਹੈ ਤਾਂ ਉੱਥੇ ਪੋਲਿਊਸ਼ਨ ਵੀ ਘਟਿਆ। ਹੁਣ ਇੱਕ ਚੀਜ਼ ਸਮਝਣ ਦੀ ਗੱਲ ਹੈ, ਇੱਕ ਪਾਸੇ ਬੱਦੀ ਵੀ ਹੈ, ਉੱਥੇ ਦਾ ਪੋਲਿਊਸ਼ਨ ਕੀ ਹੈ? ਜਦੋਂ ਮੰਡੀ ਗੋਬਿੰਦਗੜ੍ਹ ਸੀ ਤਾਂ ਉੱਥੇ ਕੀ ਸੀ? ਕਾਰਨ ਇਹੀ ਹੈ ਕਿ ਜਿੰਨਾ ਅਸੀਂ ਪਲਾਂਟਿੰਗ ਮਟੀਰੀਅਲ ਵੱਲ ਧਿਆਨ ਦੇਵਾਂਗੇ, ਜਿੰਨੇ ਅਸੀਂ ਪਲਾਂਟਸ ਲਗਾਵਾਂਗੇ, ਉਹ ਕਿਤੇ ਨਾ ਕਿਤੇ ਪੋਲਿਊਸ਼ਨ ਨੂੰ ਘਟਾਏਗਾ। ਦੂਜੀ ਚੀਜ਼, ਕੁਛ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਕਿ ਗੰਦਾ ਪਾਣੀ ਜਿਹੜਾ ਆ ਟਿਊਬਵੈੱਲ ਦੇ ਵਿੱਚੋਂ ਆ ਰਿਹਾ। ਤੁਸੀਂ ਇਹ ਦੇਖੋ ਕਿ ਅਸੀਂ ਕਿੰਨੇ ਸੈਲਫਿਸ਼ ਹੋ ਗਏ ਹਾਂ ਕਿ ਆਪਣਾ ਪੈਸਾ ਬਚਾਉਣ ਲਈ ਅਸੀਂ ਜਿੰਨਾ ਗੰਦਾ ਪਾਣੀ ਸੀ ਉਹਨੂੰ ਡਰੇਨ ਕਰ ਦਿੱਤਾ ਪੀਣ ਵਾਲੇ ਪਾਣੀ 'ਚ। ਤੁਸੀਂ ਅੱਜ ਦੇਖੋ ਕਿ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਕਹਿੰਦੇ ਹੁੰਦੇ ਸੀ ਕਿ ਜਦੋਂ ਪਾਣੀ ਲਾਂਚ ਕੀਤਾ ਗਿਆ, ਬੋਟਲਸ ਦੇ ਵਿੱਚ ਆਉਣਾ ਸ਼ੁਰੂ ਹੋਇਆ ਮਿਨਰਲ ਵਾਟਰ, ਤਾਂ ਲੋਕ ਹੱਸਦੇ ਸੀ, ਮਜ਼ਾਕ ਬਣਾਉਂਦੇ ਸੀ ਕਿ ਆਹ ਬੋਤਲਾਂ ਵਾਲਾ ਪਾਣੀ ਵਿਕੂਗਾ। ਇੱਥੇ ਤਾਂ ਲੋਕ ਫ੍ਰੀ ਛਬੀਲਾਂ ਲਾਉਂਦੇ ਨੇ। ਅਤੇ ਤੁਸੀਂ ਦੇਖੋਗੇ ਕਿ ਅੱਜ ਉਹੀ ਬੋਤਲਾਂ 'ਚ ਪਾਣੀ ਵਿਕ ਰਿਹਾ। ਔਰ ਛੋਟਾ ਤੋਂ ਛੋਟਾ ਪ੍ਰੋਗਰਾਮ ਵੀ ਦੇਖ ਲਓ ਤਾਂ ਉੱਥੇ ਵੀ ਉਹ ਗਲਾਸਾਂ 'ਚ ਜਾਂ ਬੋਤਲਾਂ ਦੇ ਵਿੱਚ ਪਾਣੀ ਆਉਂਦਾ। ਤੁਸੀਂ ਕਿਸੇ ਵੀ ਘਰ ਦੀ ਕੰਡੀਸ਼ਨ ਦੇਖ ਲਓ, ਅੱਜ RO ਸਾਰਿਆਂ ਦੇ ਘਰ ਲੱਗੇ ਹੋਏ ਨੇ। ਸੋ ਟੋਟਲ ਕਹਾਣੀ ਇਹ ਹੈ ਕਿ ਇੰਨਾ ਪੋਲਿਊਟਿਡ ਪਾਣੀ ਅਸੀਂ ਕਰ ਕਿੱਦਾਂ ਲਿਆ? ਇਸ ਚੀਜ਼ 'ਤੇ ਸੋਚਣਾ ਪਏਗਾ। ਦੂਜੀ ਚੀਜ਼ ਇਹ ਹੈ ਕਿ ਜਿੰਨੀ ਦੇਰ ਤੱਕ ਸਟ੍ਰਿਕਟ ਐਕਸ਼ਨ ਨਹੀਂ ਹੋਣਗੇ
ਉਨੀ ਦੇਰ ਤੱਕ ਕੁਛ ਨਹੀਂ ਹੋਏਗਾ। ਇੱਕ ਲਾਸਟ ਐਗਜ਼ਾਮਪਲ ਤੁਹਾਨੂੰ ਇਹਦੇ ਨਾਲ ਹੀ ਰਿਲੇਟਿਡ ਹੋਰ ਦਿੰਦਾ ਹੈ ਕਿ ਤੁਸੀਂ ਦੇਖਦੇ ਹੋ ਕਿ ਇੱਕ ਦਾਰੂ ਦੀ ਫੈਕਟਰੀ ਦੇ ਵਿੱਚੋਂ ਜਦੋਂ ਲਾਹਣ ਵਾਹਿਆ ਜਾਂਦਾ ਤਾਂ ਉਹ ਜਾ ਕੇ ਬਿਆਸ ਦਰਿਆ ਦੇ ਵਿੱਚ ਜਾਂਦਾ ਹੈ ਅਤੇ ਕਿੰਨੀਆਂ ਮੱਛੀਆਂ ਮਰਦੀਆਂ। ਉਸ ਤੋਂ ਬਾਅਦ ਕਿੰਨਾ ਕੁ ਵੱਡਾ ਤੁਸੀਂ ਐਕਸ਼ਨ ਹੁਣ ਤੱਕ ਸੁਣਿਆ ਕਿ ਹੋਇਆ? ਸਰ ਗੱਲ ਇਹੀ ਹੈ ਕਿ ਟੈਕਨੋਲੋਜੀ ਬੇਸ਼ੱਕ ਸਾਡੇ ਕੋਲ ਵੱਧ ਰਹੀ ਆ, ਸਾਡੇ ਕੋਲ ਇੰਡਸਟਰੀ ਬੇਸ਼ੱਕ ਵੱਧ ਰਹੀ ਹੈਗੀ ਆ। ਤੁਸੀਂ ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀ, ਟੈਕਨੋਲੋਜੀ ਦਾ ਇੰਡਸਟਰੀ ਦਾ ਬੇਸ਼ੱਕ ਨੁਕਸਾਨ ਹੋਇਆ, ਉੱਥੇ ਖਤਮ ਹੋਈ, ਪਰ ਇਨਵਾਇਰਮੈਂਟ ਜਿਹੜਾ ਕੁਛ ਹੱਦ ਤੱਕ ਜਿਹੜਾ ਉੱਥੇ ਸੁਧਰਿਆ ਹੈਗਾ। ਕੀ ਕੋਈ ਇੱਦਾਂ ਤਾਂ ਨਹੀਂ ਹੈ ਕਿ ਇੰਡਸਟਰੀ ਵੀ ਨਾਲ ਦੀ ਨਾਲ, ਰੁਜ਼ਗਾਰ ਵੀ ਨਾਲ ਦੀ ਨਾਲ ਚੱਲਦਾ ਰਹੇ, ਨਾਲ ਦੀ ਨਾਲ ਸਾਡਾ ਇਨਵਾਇਰਮੈਂਟ ਵੀ ਜਿਹੜਾ ਸ਼ੁੱਧ ਰਹੇ, ਸਾਡੀ ਪੌਣ ਪਾਣੀ ਵੀ ਸਾਡਾ ਸ਼ੁੱਧ ਰਹੇ? ਦੇਖੋ, ਇਹਨਾਂ ਸਾਰੀਆਂ ਚੀਜ਼ਾਂ ਲਈ ਸਾਨੂੰ ਪਹਿਲਾਂ ਏਰੀਆ ਜਿਹੜੇ ਨੇ ਉਹ ਡਿਵਾਈਡ ਕਰਨੇ ਪੈਣਗੇ। ਦੂਜੀ ਚੀਜ਼ ਕਿ ਜਿਹੜੇ ਰੂਲ ਨੇ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕਰਨਾ ਪਏਗਾ। ਜਿਹੜਾ ਗੰਦਾ ਪਾਣੀ ਹੈ ਉਹਦੇ ਟਰੀਟਮੈਂਟ ਪਲਾਂਟਸ ਜਿਹੜੇ ਆ ਉਹ ਲਗਵਾਉਣੇ ਪੈਣਗੇ। ਦੇਖੋ, ਰੂਲ ਮੁਤਾਬਿਕ ਉਹ ਚਾਹੀਦੇ ਨੇ, ਲੱਗੇ ਵੀ ਹੋਏ ਨੇ, ਪਰ ਉਹ ਵਰਕਿੰਗ ਕਿੰਨੇ ਆ ਉਹ ਕੋਈ ਨਹੀਂ ਦੇਖਦਾ। ਈਵਨ ਇਹ ਵੀ ਹੋ ਰਿਹਾ ਕਿ ਕਈਆਂ 'ਚ ਤਾਂ ਵਰਕਿੰਗ ਵੀ ਨੇ, ਪਰ ਜਿਹੜੀ ਕਪੈਸਿਟੀ ਉਹਦੀ ਹੈ ਅਤੇ ਜਿਹੜੀ ਫੈਕਟਰੀ ਪ੍ਰੋਡਿਊਸ ਕਰ ਰਹੀ ਹੈ ਉਹਦੇ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਮਤਲਬ ਇੱਕ ਸ਼ੋਸ਼ੇ ਨੂੰ ਛੱਡ ਕੇ ਰਿਐਲਿਟੀ ਦੇ ਵਿੱਚ ਸਾਨੂੰ ਆਉਣਾ ਪਏਗਾ ਆਪਣੇ ਇਨਵਾਇਰਮੈਂਟ ਨੂੰ ਸਾਫ਼ ਕਰਨ ਲਈ। 2 ਕੁ ਦਰਖਤਾਂ ਦੀ ਗੱਲ ਕਰਦਾ, ਪਿੱਪਲ ਸੀ, ਬੋਹੜ ਸੀ। ਦੇਖੋ, ਰਾਤ ਨੂੰ ਆਕਸੀਜਨ ਦਿੰਦੇ ਨੇ ਇਹ ਪੌਦੇ, ਔਰ ਇਹਨਾਂ ਨੂੰ ਦੇਵਤਿਆਂ ਦੀ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਪੂਜਿਆ ਵੀ ਜਾਂਦਾ ਸੀ। ਔਰ ਅਗਰ ਅਸੀਂ ਦੇਖੀਏ ਕਿ ਅੱਜ ਪੰਜਾਬ ਦੇ ਵਿੱਚ ਸਾਡੇ ਟ੍ਰੈਡੀਸ਼ਨਲ ਇਹੀ ਦਰਖਤ ਦੇਖਣ ਨੂੰ ਨਹੀਂ ਮਿਲਦੇ, ਖਤਮ ਹੋ ਚੁੱਕੇ। ਔਰ ਇਹ ਸਭ ਤੋਂ ਜ਼ਿਆਦਾ ਇਨਵਾਇਰਮੈਂਟ ਨੂੰ ਸਾਫ਼ ਕਰਦੇ ਸੀ। 3 ਦਰਖਤ ਮੇਨ ਨੇ, ਨਿੰਮ ਹੋ ਗਈ, ਪਿੱਪਲ ਹੋ ਗਿਆ, ਬੋਹੜ ਹੋ ਗਿਆ, ਜਿਹੜੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਸਾਫ਼ ਕਰਦੇ ਨੇ। ਇਸ ਤੋਂ ਬਿਨਾਂ ਜਾਮਣ ਨੂੰ ਵੀ ਤੁਸੀਂ ਲਗਾਉਂਦੇ ਹੋ, ਉਹ ਵੀ ਵਾਤਾਵਰਨ ਨੂੰ ਕਾਫੀ ਸਾਫ਼ ਕਰਦੀ ਹੈ। ਔਰ ਜਾਮਣ ਦੀ ਹਾਲਤ ਇਹ ਹੈ ਕਿ ਇੰਨੇ ਕੁ ਪੌਦੇ ਘੱਟ ਚੁੱਕੇ ਨੇ ਕਿ ਅੱਜ 100 ਰੁਪਏ ਕਿੱਲੋ ਜਾਮਣ ਵਿਕ ਰਹੀ ਹੈ, ਜਿਹਨੂੰ ਅਸੀਂ ਆਮ ਦਰਖਤਾਂ 'ਤੇ ਚੜ੍ਹ ਕੇ ਛੋਟੇ ਹੁੰਦੇ ਆ ਤੋੜ ਕੇ ਖਾਂਦੇ ਹੁੰਦੇ। ਸਰ ਗੱਲ ਇਹੀ ਹੈ ਨਾ ਕਿ ਆਪਣੇ ਜੋ ਪੁਰਾਣੇ ਬਜ਼ੁਰਗ ਸੀਗੇ, ਆਪਾਂ 40-45 ਸਾਲ 50 ਸਾਲ ਪਹਿਲਾਂ ਜਾ ਕੇ ਦੇਖਦੇ ਹਾਂ, ਬੇਸ਼ੱਕ ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ, ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਪਰ ਫਿਰ ਵੀ ਉਹਨਾਂ ਨੂੰ ਪਤਾ ਸੀ ਕਿ ਪਿੱਪਲ ਹੋ ਗਿਆ ਜਾਂ ਹੋਰ ਦਰਖਤ ਤੁਸੀਂ ਨੇ ਜਿਹੜੇ ਵੀ ਨਾਮ ਲਏ ਨੇ ਸਾਡੇ ਲਈ ਫਾਇਦੇਮੰਦ ਨੇ, ਸਾਨੂੰ ਕੁਝ ਨਾ ਕੁਝ ਇਹ ਚੰਗਾ ਦੇ ਰਹੇ ਨੇ। ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਆ ਬੇਸ਼ੱਕ ਕਾਲਜਾਂ ਦੇ ਵਿੱਚ ਪੜ੍ਹਦੀ ਹੈ, ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੀ ਹੈ, ਫੋਰਨ ਤੱਕ ਵੀ ਜਾ ਕੇ ਪੜ੍ਹ ਕੇ ਆਪਣੇ ਨੌਜਵਾਨ ਆਉਂਦੇ ਨੇ। ਫਿਰ ਤਾਂ ਆਪਾਂ ਦੇਖ ਲਈਏ ਕਿ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਆ ਉਹ ਦਰਖਤਾਂ ਨੂੰ ਭੁੱਲ ਚੁੱਕੀ ਆ, ਆਪਣੀ ਇੱਕ ਵਿਰਾਸਤ ਨੂੰ, ਪੰਜਾਬ ਦੀ ਨੂੰ ਭੁੱਲ ਚੁੱਕੀ ਆ। ਫਿਰ ਤਾਂ ਪੁਰਾਣੇ ਬਜ਼ੁਰਗ ਹੀ ਅੱਜ ਦੀ ਪੀੜ੍ਹੀ ਨਾਲੋਂ ਚੰਗੇ ਸੀ। ਬਿਲਕੁਲ, ਕਈ ਗੱਲਾਂ 'ਚ ਅਸੀਂ ਕਹੀਏ ਤਾਂ ਪੁਰਾਣੇ ਬਜ਼ੁਰਗਾਂ ਦੀਆਂ ਕਈ ਖਾਸ ਗੱਲਾਂ ਸੀ। ਐਵੇਂ ਹੀ ਨਹੀਂ ਬਜ਼ੁਰਗ ਬੰਦੇ ਨੂੰ ਸਿਆਣਾ ਕਿਹਾ ਜਾਂਦਾ। ਅਸੀਂ ਕਹਿੰਦੇ ਨਾ ਵੀ ਉਹ ਸਿਆਣਾ ਬੰਦਾ ਮਿਲਿਆ। ਕਾਰਨ ਕੀ ਹੈ? ਉਹਨਾਂ ਨੇ ਦੁਨੀਆ ਦੇਖੀ ਆ। ਅੱਜ ਸਾਡੀ ਯੰਗ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਅਸੀਂ ਇਹਨਾਂ ਚੀਜ਼ਾਂ ਨਾਲ ਜੋੜਿਆ ਹੀ ਨਹੀਂ। ਇੱਕ ਗੱਲ ਕਰੀਏ ਤਾਂ ਪਿੱਪਲ, ਬੋਹੜ ਜਾਂ ਹੋਰ ਦਰਖਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਧਾਰਮਿਕ ਸਿੰਬਲ ਦੇ ਦਿੱਤਾ ਗਿਆ। ਉਹਦਾ ਮੇਨ ਕਾਰਨ ਕੀ ਸੀ ਕਿ ਇਹਨਾਂ ਦਰਖਤਾਂ ਨੂੰ ਕੋਈ ਵੀ ਨਾ ਵੱਢੇ, ਤਾਂ ਕਿ ਇੱਕ ਜਦੋਂ ਧਰਮ ਦੇ ਨਾਲ ਜੁੜੀ ਹੋਏਗੀ ਚੀਜ਼ ਤਾਂ ਇਹ ਬਚੇ ਰਹਿਣਗੇ, ਆਸਥਾ ਜੁੜੇਗੀ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ, ਜਿੱਦਾਂ ਉਹਨੂੰ ਨੌਲੇਜ ਵਧੀ ਕਿ ਨਹੀਂ ਇੱਦਾਂ ਦਾ ਕੁਛ ਨਹੀਂ ਹੈ, ਇਹ ਵੀ ਆਮ ਦਰਖਤ ਹੀ ਨੇ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ ਇਹਨੂੰ ਵੀ ਵੱਢ ਲਓ, ਜਿੱਥੇ ਬਾਕੀ ਵੱਢਿਆ ਉੱਥੇ ਇਹ ਵੀ ਸੀ। ਤੁਸੀਂ ਇੱਕ ਚੀਜ਼ ਹੋਰ ਦੇਖੋ, ਸਾਡੇ ਘਰ ਦੇ ਬਾਹਰ ਇੱਕ ਦਰਖਤ ਲੱਗਿਆ ਹੋਵੇ, ਛਾਂ ਦੇ ਰਿਹਾ ਹੈ, ਉਹਨੂੰ ਵੀ ਵੱਢ ਦਿੱਤਾ ਜਾਂਦਾ ਹੈ ਕਿ ਇਹਦੇ ਜਿਹੜੇ ਪੱਤੇ ਡਿੱਗਦੇ ਨੇ ਮੈਨੂੰ ਰੋਜ਼ ਸਫਾਈ ਕਰਨੀ ਪੈਂਦੀ। ਸੋ ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਜੇ ਉਹ ਸਾਨੂੰ ਬੈਨੀਫਿਟ ਦੇ ਰਿਹਾ ਤਾਂ ਮਾੜੇ ਮੋਟੇ ਜੇ ਸਾਨੂੰ ਕੋਈ ਸਫਾਈ ਕਰਨੀ ਪੈ ਗਈ ਤਾਂ ਕੋਈ ਵੱਡੀ ਗੱਲ ਨਹੀਂ। ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਅਗਰ ਅਸੀਂ ਇੰਟੀਰੀਅਰ ਦੀ ਗੱਲ ਕਰੀਏ, ਜਿਹੜੇ ਘਰ 'ਚ ਅਸੀਂ ਰਹਿੰਦੇ ਹਾਂ, ਸਵੇਰੇ ਅਸੀਂ ਉੱਠੇ, ਬਰੱਸ਼ ਕੀਤਾ, ਬਰੱਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਝੱਗ ਪੈਦਾ ਹੋ ਰਹੀ ਹੈ। ਜੋ ਝੱਗ ਪੈਦਾ ਹੋ ਰਹੀ ਹੈ ਦੈਟ ਮੀਨਸ ਗੈਸ ਪ੍ਰੋਡਿਊਸ ਹੋ ਰਹੀ ਹੈ। ਤੁਸੀਂ ਨਹਾਣ ਗਏ, ਸਾਬਣ ਯੂਜ਼ ਕੀਤਾ, ਸ਼ੈਂਪੂ ਯੂਜ਼ ਕੀਤਾ, ਝੱਗ ਪੈਦਾ ਹੋਈ, ਗੈਸ ਪੈਦਾ ਹੋਈ। ਕਈ ਵੀਰ ਸ਼ੇਵਿੰਗ ਕਰੀਮ ਵਰਤਦੇ ਨੇ, ਝੱਗ ਪੈਦਾ ਹੋਈ, ਗੈਸ ਹੋਈ। ਹੁਣ ਅੱਗੇ ਚਲੀਏ, ਤਿਆਰ ਹੋਏ, ਪਰਫਿਊਮ ਲਾਇਆ, ਡੀਓ ਲਾਇਆ, ਗੈਸ ਨਿਕਲੀ। ਕੁਕਿੰਗ ਕੀਤੀ, ਤੇਲ ਬਲੇ, ਗੈਸ ਪੈਦਾ ਹੋਈ। ਮਤਲਬ ਸਾਡੇ ਖਾਣ ਪੀਣ ਦੇ ਵਿੱਚ ਵੀ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ। ਹੁਣ ਇਹ ਸਾਰੀਆਂ ਗੈਸਾਂ ਤੁਸੀਂ ਇਕੱਠੀਆਂ ਕਰ ਲਓ। ਉਸ ਤੋਂ ਬਾਅਦ ਹੁਣ ਇਹ ਦੇਖੋ ਕਿ ਜਿੰਨੇ ਸਾਡੇ ਮਾਡਰਨ ਘਰ ਨੇ ਉਹਨਾਂ 'ਚ ਅਸੀਂ ਦਰਵਾਜ਼ੇ ਬਿਲਕੁਲ ਚੰਗੀ ਤਰ੍ਹਾਂ ਬੰਦ ਕਰਦੇ ਲਾਏ ਆ।
ਅਸੀਂ ਅੰਦਰ ਹੁਣ ਇਸ ਵਕਤ ਗਰਮੀਆਂ 'ਚ AC ਲਾਏ ਹੋਏ ਨੇ, ਬਿਲਕੁਲ, ਤੇ ਉਹ ਹਵਾ ਚੇਂਜ ਹੋਈ। ਜੋ ਹਵਾ ਚੇਂਜ ਨਹੀਂ ਹੋਈ ਤਾਂ ਉਹ ਜਿੰਨੀਆਂ ਜ਼ਹਿਰੀਲੀਆਂ ਗੈਸਾਂ ਸੀ ਉਹ ਕਿੱਥੇ ਗਈਆਂ? ਸਾਡੇ ਅੰਦਰ ਗਈ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਅੱਜ ਕਾਫੀ ਲੋਕਾਂ ਨੂੰ ਦਮੇ ਦੀਆਂ ਪ੍ਰੋਬਲਮਾਂ ਹੋ ਰਹੀਆਂ ਨੇ। ਕਈਆਂ ਨੂੰ ਘਰ ਦੇ ਐਟਮੋਸਫੀਅਰ ਦੇ ਵਿੱਚ ਜਿੱਦਾਂ ਹੀ ਬਾਹਰ ਨਿਕਲਦੇ ਨੇ ਕਈ ਪ੍ਰੋਬਲਮਸ ਹੋ ਰਹੀਆਂ, ਸਕਿਨ ਪ੍ਰੋਬਲਮਸ ਹੋ ਰਹੀਆਂ ਨੇ ਅੱਜ ਲੋਕਾਂ ਨੂੰ। ਮੇਰਾ ਸਵਾਲ ਤੁਹਾਨੂੰ ਇਹੀ ਸੀ ਕਿ ਬਾਹਰ ਤਾਂ ਤੁਸੀਂ ਨੇ ਦੱਸਿਆ ਕਿ ਇਹ ਦਰਖਤ ਜਿਹੜੇ ਨੇ ਸਾਡੇ ਲਈ ਫਾਇਦੇਮੰਦ ਨੇ, ਪਰ ਘਰ ਦੇ ਅੰਦਰ ਕਿਸ ਤਰ੍ਹਾਂ এনवायरमेंट ਦੇ ਨਾਲ ਜਿਹੜਾ ਡੀਲ ਕੀਤਾ ਜਾਵੇ, ਕਿਹੜੇ ਕਿਉਂਕਿ ਤੁਸੀਂ ਐਗਰੀਕਲਚਰ ਦੇ ਨਾਲ ਜੁੜੇ ਹੋਏ ਹੋ, ਚੰਗੀ ਤਰ੍ਹਾਂ ਦੱਸ ਸਕਦੇ ਹੋ ਕਿ ਕਿਹੜੇ ਇੱਦਾਂ ਦੇ ਪੌਦੇ ਹੈਗੇ ਜਾਂ ਕੁਝ ਇੱਦਾਂ ਦੇ ਬੂਟੇ ਹੈਗੇ ਜਿਹੜੇ ਆਪਾਂ ਘਰ ਦੇ ਅੰਦਰ ਰੱਖ ਕੇ ਅੰਦਰਲਾ ਜਿਹੜਾ ਤੁਸੀਂ ਗੈਸਿਸ ਦੀ ਗੱਲ ਕੀਤੀ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ? ਦੇਖੋ ਇਹ ਗੱਲ ਵੈਸੇ ਤਾਂ ਜੇ ਮੈਂ ਬੂਟਿਆਂ ਦੇ ਵਿੱਚ ਬਹਿ ਕੇ ਗੱਲ ਕਰਦਾ ਉਹ ਬੂਟੇ ਦਿਖਾ ਸਕਦਾ ਜੀ, ਔਰ ਮੈਨੂੰ ਲੱਗਦਾ ਕਿ ਜਦੋਂ ਵਿਊਅਰਸ ਦੇਖਣਗੇ ਉਹ ਕਹਿਣਗੇ ਵੀ ਕਿ ਜੇ ਇਹਦੇ ਨਾਲ ਇਹ ਬੂਟੇ ਦਿਖਾ ਵੀ ਦਿੰਦੇ ਤਾਂ ਜ਼ਿਆਦਾ ਵਧੀਆ ਸੀ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਉਹ ਬੂਟੇ ਵੀ ਦਿਖਾਈਏ। ਅੱਜ ਮੈਂ ਸਿਰਫ ਉਹਨਾਂ ਦੇ ਨਾਮ ਜਿਹੜੇ ਆ ਤੁਹਾਨੂੰ ਦੱਸ ਰਿਹਾ। ਜਿਵੇਂ ਮਨੀ ਪਲਾਂਟ ਆ, ਉਹ ਸਾਨੂੰ ਪਤਾ ਹੈ ਕਿ ਉਹ ਆਰਾਮ ਨਾਲ ਅਸੀਂ ਅੰਦਰ ਲਾ ਸਕਦੇ ਹਾਂ, ਵੇਲ ਹੈ ਵਧੀਆ ਡੈਕੋਰੇਟ ਕਰਦੀ ਹੈ। ਕਰੋਟਨ ਹੈ, ਉਹਨੂੰ ਘਰ ਦੇ ਅੰਦਰ ਲਾ ਸਕਦੇ ਹਾਂ। ਐਕਲੀਫਾ ਹੈ, ਉਹਨੂੰ ਘਰ ਦੇ ਅੰਦਰ ਲਾ ਸਕਦੇ ਹਾਂ। ਇਸ ਤੋਂ ਬਿਨਾਂ ਕਈ ਤਰ੍ਹਾਂ ਦੇ ਪਾਮ ਨੇ, ਉਹਨਾਂ ਨੂੰ ਅਸੀਂ ਘਰਾਂ ਦੇ ਵਿੱਚ ਲਾ ਸਕਦੇ ਹਾਂ। ਸੋ ਇਹ ਪੌਦੇ ਜਿਹੜੇ ਅੰਦਰ ਰੱਖਾਂਗੇ ਤਾਂ ਕਈ ਤਰ੍ਹਾਂ ਦੀ ਗੈਸ ਨੂੰ ਅਬਜ਼ੌਰਬ ਕਰਨਗੇ। ਕੁਛ ਦਿਨਾਂ ਤੋਂ ਕੁਛ ਵੀਡੀਓਜ਼ ਜਾਂ ਕੁਛ ਫੋਟੋਗ੍ਰਾਫਸ ਵਾਇਰਲ ਹੋਈਆਂ ਤਾਂ ਉਸ ਤੋਂ ਬਾਅਦ ਇੱਕ ਆਮ ਪਲਾਂਟ ਜਿਹੜਾ ਸਾਡੇ ਕਹਿ ਲਓ ਖੇਤਾਂ 'ਚ ਉੱਗਦਾ ਸੀ, ਆਮ ਅਸੀਂ ਉੱਗਿਆ ਦੇਖਦੇ ਸੀ, ਸਨੇਕ ਪਲਾਂਟ, ਤਾਂ ਉਹ ਲੋਕਾਂ ਨੇ ਉਹਨਾਂ ਦੀ ਡਿਮਾਂਡ ਵਧਾ ਦਿੱਤੀ ਕਿਉਂਕਿ ਉਹ ਪਲਾਂਟ ਜਿਹੜਾ ਆ ਕਾਫੀ ਗੈਸੀਅਸ ਮਟੀਰੀਅਲ ਨੂੰ ਐਬਜ਼ੌਰਬ ਕਰਦਾ। ਅਤੇ ਮੈਂ ਆਪਣੇ ਹੀ ਕਾਲਜ ਦੀ ਗੱਲ ਕਰ ਲਾਂ, ਘੱਟੋ ਘੱਟ ਕਿੰਨੇ ਪ੍ਰੋਫੈਸਰਸ ਨੇ ਮੇਰੇ ਤੋਂ ਮੰਗਿਆ ਕਿ ਸਨੇਕ ਪਲਾਂਟ ਮੈਨੂੰ ਦੇ ਦਿਓ ਕਿ ਮੈਂ ਆਪਣੇ ਘਰ ਦੇ ਅੰਦਰ ਰੱਖਣਾ ਹੈ ਕਿ ਉਹ ਗੈਸ ਐਬਜ਼ੌਰਬ ਕਰੇਗਾ। ਸੋ ਇੱਦਾਂ ਨਹੀਂ ਹੈ ਕਿ ਜਾਗਰੂਕਤਾ ਵੱਧ ਰਹੀ ਹੈ, ਪਰ ਉਹ ਫਿਰ ਉੱਥੇ ਹੀ ਖੜੀ ਹੈ ਕਿ ਮੈਨੂੰ ਬੈਨੀਫਿਟ ਦੇ ਰਹੇ ਹੈ ਕਿ ਨਹੀਂ। ਜੇ ਦਰਖਤ ਹੈ ਉਹਦਾ ਮੈਨੂੰ ਬੈਨੀਫਿਟ ਹੈਗਾ ਕਿ ਨਹੀਂ, ਜੇ ਨਹੀਂ ਹੈਗਾ ਤਾਂ ਮੈਂ ਵੱਢ ਦਾਂ, ਉਹਦੀ ਜਗ੍ਹਾ ਮੈਂ ਇੰਟੀਰੀਅਰ ਪਲਾਂਟ ਰੱਖ ਲਾਂ। ਇਹ ਲੋਕਾਂ ਦੀ ਸੋਚ ਬਣ ਗਈ ਹੈ। ਅਸੀਂ ਇਹ ਦੇਖੀਏ ਕਿ ਜਿੰਨਾ ਵੱਡਾ ਦਰਖਤ ਹੋਵੇਗਾ ਓਨੀ ਕਾਰਬਨ ਡਾਈਆਕਸਾਈਡ ਨੂੰ ਜ਼ਿਆਦਾ ਐਬਜ਼ੌਰਬ ਕਰੇਗਾ। ਔਰ ਇੱਕ ਚੀਜ਼ ਦੇਖੋ ਕਿ ਸਾਡੇ ਟ੍ਰੈਡੀਸ਼ਨਲ ਪੌਦੇ ਜਿਹੜੇ ਸਾਡੇ ਏਰੀਏ 'ਚ ਸੂਟੇਬਲ ਸੀ ਉਹਨਾਂ ਨੂੰ ਛੱਡ ਕੇ ਅੱਜ ਲੈਂਡਸਕੇਪਿੰਗ ਹੋ ਰਹੀ ਹੈ ਅਤੇ ਕੀ ਲੱਗ ਰਹੇ ਨੇ, ਵੱਡੇ ਵੱਡੇ ਪਾਮ ਲਾਏ ਜਾ ਰਹੇ ਨੇ। ਤੁਸੀਂ ਇਹ ਦੇਖੋ ਕਿ ਪਾਮ ਸਾਡੇ ਏਰੀਏ ਲਈ ਸੂਟੇਬਲ ਵੀ ਹੈ ਕਿ ਨਹੀਂ, ਮਤਲਬ ਏਰੀਏ ਦੇ ਹਿਸਾਬ ਦੇ ਨਾਲ ਵੀ ਬੂਟੇ ਜਿਹੜੇ ਨੇ ਲੱਗਣੇ ਚਾਹੀਦੇ। ਦੇਖੋ ਮੈਂ ਇੰਟੀਰੀਅਰਲੀ ਪਾਮ ਦੀ ਗੱਲ ਕੀਤੀ ਹੈ ਅਤੇ ਮੈਂ ਆਪ ਹੀ ਕਹਿ ਰਿਹਾ ਕਿ ਬਾਹਰ ਪਾਮ ਨਹੀਂ ਲਾਣੇ ਚਾਹੀਦੇ। ਇੰਟੀਰੀਅਰ ਅਤੇ ਆਊਟਡੋਰ 'ਚ ਬਹੁਤ ਫਰਕ ਹੈ। ਆਊਟਡੋਰ ਦੀ ਜਦੋਂ ਗੱਲ ਕਰਦਾ ਤੁਸੀਂ ਦੇਖੋ ਕਿ ਖਜੂਰਾਂ ਦੇ ਬੂਟੇ ਜਿੱਥੇ ਲੈਂਡਸਕੇਪਿੰਗ ਹੋ ਰਹੀ ਆ ਉੱਥੇ ਲੱਗੇ ਹੋਏ ਨੇ, ਡਿਫਰੈਂਟ ਤਰ੍ਹਾਂ ਦੇ ਪਾਮ ਲੋਕ ਲਾ ਰਹੇ ਨੇ। ਪਹਿਲੀ ਗੱਲ ਤਾਂ ਉਹ ਜਦੋਂ ਸਾਊਥ ਇੰਡੀਆ ਤੋਂ ਆਉਂਦੇ ਨੇ ਉਹ ਕਿੰਨੇ ਮਹਿੰਗੇ ਪੈਂਦੇ ਨੇ। ਫਿਰ ਤੁਸੀਂ ਇੱਕ ਦੇਖੋ ਕਿ ਉਹਦੀ ਕੋਈ ਛਾਂ ਹੈ, ਅਤੇ ਫਿਰ ਅਸੀਂ ਲਾ ਕਿਸ ਚੀਜ਼ ਲੈ ਰਹੇ ਹਾਂ, ਸਿਰਫ ਸ਼ੋਅ ਲਈ। ਜੇ ਉਹਦੀ ਜਗ੍ਹਾ ਹੀ ਸਾਡੇ ਟ੍ਰੈਡੀਸ਼ਨਲ ਜਿਹੜੇ ਪੌਦੇ ਸੀ, ਅਮਲਤਾਸ ਸੀ, ਦੇਖੋ ਕਿੰਨੇ ਸੋਹਣੇ ਫੁੱਲ ਦਿੰਦਾ, ਉਹਦੀ ਮੈਡੀਸਨਲ ਵੈਲਿਊ ਵੀ ਹੈ। ਅਗਰ ਅਸੀਂ ਦੇਖੀਏ ਲਾਲ ਗੁਲਮੋਹਰ ਹੈ, ਉਹਦੇ ਫੁੱਲ ਕਿੰਨੇ ਸੋਹਣੇ ਆਉਂਦੇ ਨੇ, ਪੂਰਾ ਕਹਿ ਲਓ ਕਿ ਏਰੀਆ ਸਜਾ ਦਿੰਦੀ ਹੈ। ਨੀਲੀ ਗੁਲਮੋਹਰ ਹੈ। ਸੋ ਇਹ ਫੁੱਲਾਂ ਵਾਲੇ ਪੌਦੇ ਸਾਡੇ ਆਪਣੇ ਸੀ ਜਿਨ੍ਹਾਂ ਨੂੰ ਅਸੀਂ ਲਗਾ ਸਕਦੇ ਸੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਇੱਕ ਪੌਦਾ ਆਉਂਦਾ ਜੰਡ। ਅੱਜ ਪਿੰਡ ਵਾਲਿਆਂ ਨੂੰ ਪੁੱਛ ਲਿਓ ਵੀ ਤੁਸੀਂ ਜੰਡ ਦਾ ਬੂਟਾ ਦੇਖਿਆ? ਨਹੀਂ ਦੇਖਿਆ ਜ਼ਿਆਦਾਤਰ। ਔਰ ਸਾਡੇ ਟ੍ਰੈਡੀਸ਼ਨਲ ਪੌਦੇ ਨੇ, ਔਰ ਇਹਨਾਂ ਬਾਰੇ ਸੋਚਣਾ ਪਏਗਾ। ਮਤਲਬ ਸਾਡੇ ਅੱਜ ਕੱਲ੍ਹ ਦੀ ਟੈਕਨੋਲੋਜੀ ਜਾਂ ਅੱਜ ਕੱਲ੍ਹ ਦਾ ਜੋ ਸਿਸਟਮ ਬਣ ਚੁੱਕਿਆ ਹੈ, ਸਾਡੇ ਇਤਿਹਾਸ ਨੂੰ ਭੁੱਲਣਾ ਵੀ ਜੋ ਅੱਜ ਦਾ ਮਾਹੌਲ এনवायरमेंट ਦੇ ਤੌਰ 'ਤੇ ਬਣ ਚੁੱਕਿਆ, ਕਿਤੇ ਨਾ ਕਿਤੇ ਜ਼ਿੰਮੇਵਾਰ ਆਪਾਂ ਆਪਣਾ ਇਤਿਹਾਸ ਨੂੰ ਭੁੱਲ ਕੇ ਵੀ ਇਸ ਦੇ ਜ਼ਿੰਮੇਵਾਰ ਜਿਹੜੇ ਹੈਗੇ। ਦੇਖੋ ਮੈਂ ਹਰੇਕ ਵਾਰ ਇਹੀ ਕਹਿੰਦਾ ਹੁੰਦਾ ਕਿ ਇਤਿਹਾਸ ਸਾਨੂੰ ਬਹੁਤ ਕੁਛ ਸਿਖਾਉਂਦਾ ਹੈ। ਉਹ ਅਗਰ ਅਸੀਂ ਪੌਦੇ ਹੀ ਸਾਂਭ ਲੈਂਦੇ ਤਾਂ ਸ਼ਾਇਦ ਬਹੁਤ ਕੁਛ ਅਸੀਂ ਬਚਾ ਲਿਆ ਹੁੰਦਾ। ਕੁਛ ਸਾਲਾਂ ਤੋਂ ਮੇਰੀ ਕੋਸ਼ਿਸ਼ ਚੱਲ ਰਹੀ ਹੈ ਕਿ ਉਹਨਾਂ ਪੌਦਿਆਂ ਨੂੰ ਪ੍ਰੀਜ਼ਰਵ ਕੀਤਾ ਜਾਵੇ, ਇਕੱਠਾ ਕੀਤਾ ਜਾਵੇ, ਔਰ ਮੈਂ ਕਰ ਵੀ ਰਿਹਾ। ਇਹਦੇ ਵਿੱਚੋਂ ਕਾਫੀ ਪੌਦੇ ਨੇ ਜਿਹੜੇ ਅੱਜ ਸਾਨੂੰ ਲੱਭਣੇ ਪੈ ਰਹੇ ਨੇ ਔਰ ਨਹੀਂ ਲੱਭ ਰਹੇ ਸਾਨੂੰ। ਹੁਣ ਇਹਨਾਂ ਪੌਦਿਆਂ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਪੌਦੇ ਨੇ ਜਿਨ੍ਹਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ। ਪਿੰਡਾਂ ਦੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚੱਲਦੀ ਹੈ, ਲੋਕ ਲਗਾਉਂਦੇ ਨੇ। ਤੁਸੀਂ ਇਹ ਦੇਖੋ ਕਿ ਕੋਈ ਅਖਬਾਰ ਹੈ, ਮੈਂ ਨਾਮ ਨਹੀਂ ਲਊਂਗਾ ਜੀ, ਇੱਕ ਪ੍ਰੋਪਰ ਲਹਿਰ ਚਲਾਈ ਗਈ ਉਹਨਾਂ ਵੱਲੋਂ ਦਰਖਤ ਲਾਉਣ ਦੀ। ਲੱਗੇ ਵੀ, ਇਹ ਨਹੀਂ ਕਹਿੰਦਾ ਨਹੀਂ ਲੱਗੇ, ਲੱਗੇ ਵੀ। ਉਸ ਤੋਂ ਬਾਅਦ ਸੰਭਾਲੇ ਕਿਹਨਾਂ ਨੇ? ਬਿਲਕੁਲ। ਮੇਰਾ ਸਵਾਲ ਇਹੀ ਸੀਗਾ ਤੁਹਾਨੂੰ ਕਿ ਬੇਸ਼ੱਕ ਜਾਗਰੂਕ ਅਲੱਗ-ਅਲੱਗ ਸੁਸਾਇਟੀਜ਼ ਵੱਲੋਂ ਜਾਂ ਕਿਸੇ ਹੱਦ ਤੱਕ ਗੌਰਮੈਂਟ ਵੱਲੋਂ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਦਰਖਤ ਨਾ ਵੱਢੇ ਜਾਣ, ਦਰਖਤ ਜਿਹੜੇ ਨੇ ਲਾਏ ਜਾਣ, ਲਗਾਏ ਵੀ ਕਿਤੇ ਨਾ ਕਿਤੇ ਜਾਂਦੇ ਨੇ, ਪਰ
ਅੱਗੇ ਸੰਭਾਲੇ ਕਿਉਂ ਨਹੀਂ ਜਾਂਦੇ? ਲੋਕਾਂ ਨੂੰ ਇੱਕ ਦਰਖਤ ਦੀ ਅਹਿਮੀਅਤ ਦਾ ਅਹਿਸਾਸ ਕਿਸ ਤਰ੍ਹਾਂ ਹੋਵੇ ਕਿ ਸਾਡੇ ਲਈ ਕਿੰਨੇ ਜ਼ਰੂਰੀ ਨੇ। ਜੇਕਰ 100 ਪੌਦਾ ਲੱਗਿਆ, 100 ਪੇੜ ਲੱਗਿਆ, ਤਾਂ ਇਹਨਾਂ ਵਿੱਚੋਂ ਜੇ ਆਪਾਂ 90 ਵੀ ਕਾਮਯਾਬ ਕਰ ਲੈਂਦੇ ਜਾਂ 80 ਵੀ ਕਾਮਯਾਬ ਕਰ ਲਏ, ਸਾਡੇ ਲਈ ਕੀ ਬੈਨੀਫਿਟ ਇਹ ਦੇ ਸਕਦਾ? ਉਹਨਾਂ ਨੂੰ ਜਾਗਰੂਕ ਕਿੱਦਾਂ ਕੀਤਾ ਜਾਵੇ? ਦੇਖੋ, ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਜਿਹੜੇ ਦਰਖਤ ਨੇ ਨਾ ਸਿਰਫ ਆਕਸੀਜਨ ਦੇ ਰਹੇ ਨੇ, ਨਾ ਸਿਰਫ ਸਾਨੂੰ ਛਾਂ ਦੇ ਰਹੇ ਨੇ। ਟੋਟਲ ਅਗਰ ਦੇਖੀਏ, ਜੇ ਘਰ ਦੇ ਬਾਹਰ ਇੱਕ ਦਰਖਤ ਲੱਗਿਆ ਹੋਇਆ, ਗਰਮੀਆਂ ਦੇ ਵਿੱਚ ਉਹ ਕਿੰਨੀ ਗਰਮੀ ਨੂੰ ਐਬਜ਼ੌਰਬ ਕਰ ਰਿਹਾ, ਤੁਹਾਡੇ ਘਰ ਨੂੰ ਠੰਡਾ ਰੱਖ ਰਿਹਾ, ਕਿੰਨੀ ਬਿਜਲੀ ਤੁਹਾਡੇ ਘਰ ਦੇ ਅੰਦਰ ਬਚ ਰਹੀ ਹੈ, ਜਿਹੜਾ ਤੁਸੀਂ ਏਸੀ ਜਾਂ ਪੱਖੇ ਲਾ ਕੇ ਉਹਨੂੰ ਠੰਡਾ ਕਰਨਾ ਸੀ। ਸਰਦੀਆਂ ਦੇ ਵਿੱਚ ਕਰਦੇ ਆ ਤਾਂ ਉਹ ਸਰਦੀ ਤੋਂ ਬਚਾ ਰਹੇ ਨੇ, ਘਰ ਨੂੰ ਗਰਮ ਰੱਖਦੇ ਨੇ। ਸੋ ਇਹ ਟੋਟਲ ਚੀਜ਼ਾਂ ਅਗਰ ਦੇਖੀਏ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਐਨਰਜੀ ਨੂੰ ਵੀ ਬਚਾ ਰਹੇ ਹਾਂ। ਦੂਜੀ ਚੀਜ਼ ਦੇਖੀਏ ਕਿ ਕਈ ਤਰ੍ਹਾਂ ਦੇ ਪੰਛੀ ਨੇ, ਉਹਨਾਂ 'ਤੇ ਘਰ ਬਣਾਉਂਦੇ ਨੇ। ਅੱਜ ਸਾਨੂੰ ਪੰਛੀ ਦੇਖਣ ਨੂੰ ਨਹੀਂ ਮਿਲ ਰਹੇ। ਅੱਜ ਇੰਨੀਆਂ ਕਿ ਟੈਕਨੋਲੋਜੀਜ਼ ਆ ਗਈਆਂ, ਚਾਹੇ ਉਹ 4G ਹੈ, ਚਾਹੇ 5G ਦੀ ਵੀ ਹੁਣ ਗੱਲ ਚੱਲ ਪਈ ਹੈ। ਸੋ ਕਿੰਨਾ ਕੁਛ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚੋਂ ਖ਼ਤਮ ਕਰ ਲਿਆ, ਚਾਹੇ ਉਹ ਜੀਵ ਜੰਤ ਹੈ, ਚਾਹੇ ਉਹ ਪੌਦੇ ਨੇ। ਦੇਖੋ, ਇੱਕ ਕੰਟਰੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਾਪਾਨ ਦੀ। ਜੀ ਸਰ। ਜਾਪਾਨ ਦੇ ਵਿੱਚ ਇੱਕ ਬੌਨਸਾਈ ਬਣਾਏ ਜਾਂਦੇ ਨੇ। ਬੌਨਸਾਈ ਕੀ ਹੈ ਕਿ ਪੌਦਿਆਂ ਨੂੰ ਤੁਸੀਂ ਕੱਟ ਕੇ ਡਵਾਰਫ ਦਰਖਤ ਦੀ ਸ਼ਕਲ ਦਿੰਦੇ ਹੋ। ਔਰ ਤੁਸੀਂ ਮੇਰੇ ਘਰ ਕਦੇ ਵਿਜ਼ਿਟ ਕਰੋ ਤਾਂ ਤੁਸੀਂ ਦੇਖੋਗੇ ਕਿ ਕਾਫੀ ਤਰ੍ਹਾਂ ਦੇ ਪਲਾਂਟਸ ਨੂੰ ਮੈਂ ਬੌਨਸਾਈ ਬਣਾ ਕੇ ਰੱਖਿਆ। ਔਰ ਉਹਨਾਂ ਕੰਟਰੀਜ਼ ਦੀ ਖਾਸ ਗੱਲ ਕੀ ਹੈ ਕਿ ਉਹਨੂੰ ਉਹ ਘਰ ਦੇ ਬਾਹਰ ਰੱਖਦੇ ਨੇ ਔਰ ਉਹਨੂੰ ਲੱਕੀ ਮੰਨਦੇ ਨੇ। ਇੱਕ ਤਰੀਕਾ ਹੋ ਗਿਆ ਬੂਟੇ ਨੂੰ ਰੱਖਣ ਦਾ, ਇੱਕ ਤਰੀਕਾ ਹੋ ਗਿਆ ਇਨਵਾਇਰਮੈਂਟ ਦੇ ਨਾਲ ਜੁੜਨ ਦਾ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਜਿਹੜੀਆਂ ਨਵੀਆਂ ਨਾਸਾ ਦੀਆਂ ਰਿਸਰਚ ਹੋਈਆਂ ਨੇ, ਉਹਨੇ ਇਹ ਵੀ ਦੱਸਿਆ ਕਿ ਜਿਹੜਾ ਪਲਾਂਟਿੰਗ ਮਟੀਰੀਅਲ ਦੇ ਵਿੱਚ ਰਹੇਗਾ, ਜਿਹੜਾ ਪਲਾਂਟਸ ਰਹੇਗਾ, ਜਿਹੜਾ ਨੇਚਰ 'ਚ ਰਹੇਗਾ, ਉਹਨੂੰ ਹਾਈਪਰ ਟੈਨਸ਼ਨ ਨਹੀਂ ਹੋਏਗੀ, ਉਹਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਤੋਂ ਉਹ ਬਚੇਗਾ। ਸੋ ਇਹ ਸਾਰਾ ਕੁਛ ਪਤਾ ਹੁੰਦਿਆਂ ਹੋਇਆ ਵੀ ਅਗਰ ਅਸੀਂ ਦੇਖੀਏ ਕਿ ਪੰਜਾਬ ਬਿਮਾਰ ਹੋ ਰਿਹਾ ਹੈ, ਕਈ ਬਿਮਾਰੀਆਂ ਫੈਲ ਰਹੀਆਂ ਨੇ, ਅਤੇ ਫਿਰ ਪੌਦੇ ਤਾਂ ਅਸੀਂ ਲਗਾਉਣੇ ਆ, ਅਸੀਂ ਬਚਾਉਣੇ ਆ। ਸੜਕਾਂ ਚੌੜੀਆਂ ਹੋਈਆਂ, 4 ਲਾਈਨ ਹੋਈਆਂ, ਦਰਖਤ ਵੱਢ ਦਿੱਤੇ ਗਏ, ਕਿ ਉਹਦੀ ਜਗ੍ਹਾ ਨਵੇਂ ਲੱਗੇ? ਕਿ ਜਿਹੜੀਆਂ ਸੈਂਟਰ ਲਾਈਨਸ ਨੇ ਉਹਨਾਂ ਵਿੱਚ ਨਵੇਂ ਪੌਦੇ ਲੱਗੇ? ਨਹੀਂ ਲੱਗੇ। ਸੋ ਇਹਨਾਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਪਏਗਾ। ਜੇਕਰ ਇੰਨਾ ਹੀ ਅਸੀਂ ਅੱਜ ਪ੍ਰਣ ਲੈ ਲਈਏ ਕਿ ਇੱਕ ਬੂਟਾ ਇੱਕ ਬੰਦਾ ਲਾਊਗਾ, ਉਹਨੂੰ ਮੈਂ ਪਾਲੂੰਗਾ 1 ਸਾਲ, 1 ਸਾਲ ਬਾਅਦ ਉਹ ਐਸਟੈਬਲਿਸ਼ ਹੋ ਜਾਊਗਾ, ਮੈਂ ਨਵਾਂ ਫਿਰ ਅਗਲੇ ਸਾਲ ਪੌਦਾ ਸ਼ੁਰੂ ਕਰ ਲਾਂ। ਇੰਨਾ ਹੀ ਸੋਚ ਲਈਏ, ਤੁਸੀਂ ਦੇਖੋ ਕਿੰਨੀ ਪਾਪੂਲੇਸ਼ਨ ਹੈ, ਕਿੰਨੇ ਦਰਖਤ ਅਸੀਂ ਖੜ੍ਹੇ ਕਰ ਸਕਦੇ ਹਾਂ। ਔਰ ਕੋਈ ਵੱਡੀ ਗੱਲ ਨਹੀਂ ਇੱਕ ਬੂਟਾ ਸੰਭਾਲਣਾ। ਸੋ ਇਹਨਾਂ ਚੀਜ਼ਾਂ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਸਰ ਇਹੀ ਗੱਲ ਆ ਕਿ ਆਪਾਂ ਨੇ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਕਾਨੂੰਨ ਦੀ, ਸੰਵਿਧਾਨ ਦੇ ਵਿੱਚ ਜਿਹੜੇ ਕਾਨੂੰਨ ਨੇ ਕੋਈ ਸ਼ੱਕ ਨਹੀਂ ਬੜੇ ਸਖਤ ਨੇ, ਬੜੇ ਸਖਤ ਲਿਖੇ ਗਏ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਕਾਨੂੰਨਾਂ ਦਾ ਡਰ ਕਿਤੇ ਨਾ ਕਿਤੇ ਜਿਹੜਾ ਨਹੀਂ ਹੈਗਾ। ਹੁਣ ਹਰ ਸਾਲ ਸਰਕਾਰ ਵੱਲੋਂ ਕਹਿ ਦਿੱਤਾ ਜਾਂਦਾ ਕਿ ਜਦੋਂ ਆਪਾਂ ਨੇ ਕਣਕ ਜਿਹੜੀ ਆ ਵੱਢ ਲਈ ਤਾਂ ਕਰਚੀਆਂ ਨੂੰ ਜਿਹੜੀ ਅੱਗ ਨਾ ਲਗਾਈ ਜਾਵੇ, ਉਹਦੇ ਨਾਲ ਜਿਹੜਾ ਖਰਾਬ ਹੁੰਦਾ, ਇਨਵਾਇਰਮੈਂਟ ਖਰਾਬ ਹੁੰਦਾ। ਸੰਵਿਧਾਨ ਦੇ ਵਿੱਚ ਤਾਂ ਕਾਨੂੰਨ ਹੈ, ਪਰ ਫਿਰ ਵੀ ਗਰਾਊਂਡ ਲੈਵਲ 'ਤੇ ਜਿਹੜਾ ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਲਾਗੂ ਕਰਨਾ, ਉਹ ਕਿਤੇ ਨਾ ਕਿਤੇ ਫਿਰ ਆਪਣੇ ਸਿਸਟਮ ਦੇ ਫੇਲੀਅਰ ਕਿਤੇ ਨਾ ਕਿਤੇ ਆਪਾਂ ਦੇਖ ਰਹੇ ਹਾਂ। ਨਹੀਂ, ਦੇਖੋ, ਜੇ ਸਾਰੀਆਂ ਗੱਲਾਂ ਕਰਾਂਗੇ ਤਾਂ ਫਿਰ 2 ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੋਏਗਾ। ਫਿਰ ਇਸ ਹਿਸਾਬ ਨਾਲ ਅਸੀਂ ਮੋਦੀ ਜੀ ਨੂੰ ਸਹੀ ਮੰਨਾਂਗੇ ਜਿਨ੍ਹਾਂ ਨੇ ਫਾਈਨ ਰੱਖਤਾ, ਪਰ ਇਹ ਕੋਈ ਇਲਾਜ ਨਹੀਂ ਸੀ। ਦੇਖੋ, ਕਿਸਾਨ ਨੇ ਉਹਨੂੰ ਅੱਗ ਇਸ ਕਰਕੇ ਲਾਉਂਦਾ ਹੈ ਕਿਉਂਕਿ ਉਹਨੇ ਖੇਤ ਸਾਫ਼ ਕਰਨੇ ਹੈ, ਠੀਕ ਹੈ, ਉਹਨੇ ਅਗਲੀ ਫਸਲ ਬੀਜਣੀ ਹੈ। ਅਗਰ ਉਹ ਅੱਗ ਨਹੀਂ ਲਾਉਂਦਾ ਤਾਂ ਉਹ ਇਮੀਡੀਏਟਲੀ ਦੂਜੀ ਫਸਲ ਨਹੀਂ ਬੀਜ ਸਕੇਗਾ। ਅਸੀਂ ਇਹ ਕਹਿ ਲਿਆ ਕਿ ਪਰਾਲੀ ਨੂੰ ਇਕੱਠਾ ਕਰਨ ਵਾਲੀਆਂ ਮਸ਼ੀਨਾਂ ਆ ਗਈਆਂ, ਉਹ ਕਿੰਨੀਆਂ ਆਈਆਂ? ਨਾਲੇ ਬਜਟ ਤੋਂ ਵੀ ਕਹਿੰਦੇ ਨੇ, ਕਿਸਾਨ ਕਹਿੰਦੇ ਨੇ ਕਿ ਸਾਡੇ ਬਜਟ ਤੋਂ ਵੀ ਜਿਹੜੀਆਂ ਬਾਹਰ ਨੇ। ਸੋ ਸਾਨੂੰ ਦੋਨਾਂ ਦਾ ਪੱਖ ਦੇਖਣਾ ਪਏਗਾ, ਗੌਰਮੈਂਟ ਦਾ ਪੱਖ ਵੀ ਦੇਖਣਾ ਪਏਗਾ, ਕਿਸਾਨਾਂ ਦਾ ਪੱਖ ਵੀ ਦੇਖਣਾ ਪਏਗਾ। ਦੂਜੀ ਚੀਜ਼, ਇੱਕ ਕਿਸਾਨ ਬੜੀ ਮੁਸ਼ਕਿਲ ਨਾਲ ਤਾਂ ਕਹਿ ਲਓ ਵੀ ਖੇਤੀ ਕਰਕੇ ਆਪਣਾ ਰੁਜ਼ਗਾਰ ਚਲਾ ਰਿਹਾ, ਦੂਜੇ ਪਾਸੇ ਅਸੀਂ ਕਰੋੜਾਂ ਦਾ ਫਾਈਨ ਰੱਖਤਾ। ਰੂਲ ਤਾਂ ਬਣ ਗਏ, ਪਰ ਕੀ ਉਹ ਲੋਕਾਂ ਲਈ ਫੇਵਰੇਬਲ ਨੇ? ਕੀ ਇਕੱਲੀ ਪਰਾਲੀ ਪੋਲਿਊਸ਼ਨ ਕਰ ਰਹੀ ਹੈ? ਕੀ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਉਹ ਪੋਲਿਊਸ਼ਨ ਨਹੀਂ ਕਰ ਰਹੀਆਂ? ਉਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਇੱਕ ਪਾਸੇ ਅਸੀਂ ਗੰਗਾ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ, ਕਿੰਨੀ ਦੇਰ ਦੀ ਗੰਗਾ ਸਾਫ਼ ਕਰਨ ਦੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ, ਕਿ ਉਹ ਅੱਜ ਤੱਕ ਹੋ ਗਈ? ਕਿਉਂ ਨਹੀਂ ਹੋ ਸਕੀ? ਕਿਤੇ ਨਾ ਕਿਤੇ ਫਿਰ ਨੀਤ ਦੀ ਕਮੀ ਹੈਗੀ।
ਨਹੀਂ, ਨੀਤ ਦੀ ਵੀ ਤੁਸੀਂ ਦੋ ਚੀਜ਼ਾਂ ਹੋਰ ਸਮਝੋ। ਪੰਜਾਬ ਦੀ ਐਗਜ਼ਾਮਪਲ ਦਿੰਦਾ, ਗੰਗਾ ਦੇ ਨਾਲ ਨਾਲ ਪੰਜਾਬ ਦੀ ਐਗਜ਼ਾਮਪਲ ਦਿੰਦਾ। ਸਿੱਚੇਵਾਲ ਜੀ ਫੇਮਸ ਹੋਏ, ਕਹਿ ਲਓ ਕਿ ਸੁਲਤਾਨਪੁਰ ਦੀ ਬੇਈ ਤੋਂ। ਬੇਈ ਨੂੰ ਉਹਨਾਂ ਨੇ ਬਹੁਤ ਵਧੀਆ ਸਾਫ਼ ਵੀ ਕੀਤਾ, ਪਰ ਕੀ ਤੁਸੀਂ ਦੇਖਿਆ ਕਿ ਉਹ ਸਫਾਈ ਤੋਂ ਬਾਅਦ ਦੁਬਾਰਾ ਗੰਦ ਪੈਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ? ਸੀਚੇਵਾਲ ਜੀ ਨੂੰ ਸਫਾਈ ਤੋਂ ਬਾਅਦ ਫਿਰ ਕਈ ਸਾਲ ਇਸ ਚੀਜ਼ 'ਤੇ ਰੌਲਾ ਪਾਉਣਾ ਪਿਆ ਕਿ ਹੁਣ ਵੀ ਜਿਹੜਾ ਹੈਗਾ ਆ ਉਹਦੇ ਵਿੱਚ ਫੈਕਟਰੀਆਂ ਦਾ ਗੰਦ ਭੇਜਿਆ ਜਾ ਰਿਹਾ। ਉਹ ਲਗਾਤਾਰ ਬੋਲਦੇ ਰਹਿੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਰੂਲ ਤਾਂ ਬਣ ਗਏ, ਇੰਪਲੀਮੈਂਟੇਸ਼ਨ 'ਤੇ ਬਹੁਤ ਵੱਡੀ ਦਿੱਕਤ ਹੈ। ਜਿੰਨੀ ਦੇਰ ਤੱਕ ਅਸੀਂ ਆਪਣੀ ਜ਼ਮੀਰ ਮਾਰ ਕੇ ਕਰਪਸ਼ਨ ਕਰਦੇ ਰਵਾਂਗੇ, ਇਲੀਗਲ ਉਹਨਾਂ ਨੂੰ ਸਰਟੀਫਿਕੇਟ ਦਿੰਦੇ ਹੀ ਰਵਾਂਗੇ ਕਿ ਨਹੀਂ ਇਹ ਪੋਲਿਊਸ਼ਨ ਨਹੀਂ ਕਰ ਰਹੇ, ਉਨੀ ਦੇਰ ਤੱਕ ਕੁਛ ਵੀ ਨਹੀਂ ਹੋਏਗਾ। ਮਤਲਬ ਕਿਤੇ ਨਾ ਕਿਤੇ ਜੋ ਸਾਡਾ ਕਰਪਟਡ ਸਿਸਟਮ ਆ ਉਹਨੂੰ ਪਹਿਲਾਂ ਬਦਲਣਾ ਪਏਗਾ ਜੇਕਰ ਦੇਸ਼ ਦਾ ਇਨਵਾਇਰਮੈਂਟ ਜਿਹੜਾ ਸਹੀ ਕਰਨਾ। ਬਿਲਕੁਲ। ਤੁਸੀਂ ਦੇਖੋ ਬਾਹਰਲੇ ਕੰਟਰੀਆਂ ਦੇ ਵਿੱਚ ਸਟ੍ਰਿਕਟ ਲਾਅ ਨੇ ਔਰ ਉੱਥੇ ਕੋਈ ਕਰਪਸ਼ਨ ਨਹੀਂ ਹੈ। ਇਨਵਾਇਰਮੈਂਟ ਦੇਖੋ, ਅੱਜ ਮੈਕਸੀਮਮ ਲੋਕ ਫੋਰਨ ਜਾ ਕੇ ਵਸਣਾ ਕਿਉਂ ਚਾਹੁੰਦੇ ਨੇ? ਜੀ ਵਾਤਾਵਰਨ ਬਹੁਤ ਵਧੀਆ, ਉੱਥੇ ਬਿਮਾਰੀਆਂ ਨਹੀਂ ਹੈਗੀਆਂ। ਮੇਰੇ ਆਪਣੇ ਮਦਰ ਕੈਨੇਡਾ ਜਾ ਕੇ ਆਏ ਨੇ, ਉਹ ਕਹਿੰਦੇ ਜਦੋਂ ਵੀ ਮੈਂ ਕੈਨੇਡਾ ਜਾਂਦੀ ਹਾਂ ਮੈਨੂੰ BP ਦੀ ਗੋਲੀ ਨਹੀਂ ਖਾਣੀ ਪੈਂਦੀ। ਉਹ ਸਹੀ ਹੋ ਜਾਂਦਾ ਹੈ। ਇੱਥੇ ਉਹਨਾਂ ਨੂੰ ਖਾਣਾ ਪੈਂਦਾ ਜੋ ਪ੍ਰੋਬਲਮ। ਬਿਲਕੁਲ, ਨੋ ਡਾਊਟ ਕਿ ਇੱਥੇ ਅਸੀਂ ਕੁਛ ਆਯੁਰਵੈਦਿਕ ਉਹਨਾਂ ਨੂੰ ਹੁਣ ਮੈਡੀਸਨ ਦਿੰਦੇ ਹਾਂ ਅਤੇ ਉਹ ਨਹੀਂ ਖਾਂਦੇ ਗੋਲੀਆਂ, ਪਰ ਪਹਿਲਾਂ ਉਹਨਾਂ ਨੂੰ ਗੋਲੀ ਖਾਣੀ ਪੈਂਦੀ ਸੀ। ਤੁਸੀਂ ਹੋਰ ਚੀਜ਼ਾਂ ਦੇਖੋ ਕਿ ਜਦੋਂ ਕੈਨੇਡਾ ਦੇ ਵਿੱਚ ਲੋਕ ਜਾਂਦੇ ਨੇ, ਕਹਿੰਦੇ ਜੀ ਮੇਰੇ ਗੋਡੇ ਜਿਹੜੇ ਦੁਖਦੇ ਸੀ ਉਹ ਠੀਕ ਹੋ ਗਏ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਕਿਤੇ ਨਾ ਕਿਤੇ ਇਨਵਾਇਰਮੈਂਟ ਵੱਲ ਸੋਚਣਾ ਪਏਗਾ, ਨਹੀਂ ਤਾਂ ਅਸੀਂ ਆਪਣੀਆਂ ਜਨਰੇਸ਼ਨਸ ਨੂੰ ਖ਼ਤਮ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਇਹ ਸਨ ਪ੍ਰੋਫੈਸਰ ਜੁਝਾਰ ਸਿੰਘ, ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਨਵਾਇਰਮੈਂਟ ਨੂੰ ਸਾਂਭਣ ਦੇ ਲਈ ਸਾਨੂੰ ਟਿਪਸ ਦਿੱਤੇ। ਲੋੜ ਆ ਸਾਡੀ ਵੀ ਤੁਹਾਨੂੰ ਇਹੀ ਵੀ ਲੋੜ ਆ ਸਾਡੇ ਗੰਦਲੇ ਹੋ ਚੁੱਕੇ ਇਨਵਾਇਰਮੈਂਟ ਨੂੰ ਸਾਂਭਣ ਦੀ। ਲੋੜ ਆ ਸਾਡੇ ਵਿਰਸੇ ਦਾ ਕਿਸੇ ਟਾਈਮ ਹਿੱਸਾ ਰਹੇ ਪਿੱਪਲ ਵਰਗੇ, ਬੋਹੜ ਵਰਗੇ ਦਰੱਖਤਾਂ ਨੂੰ ਜਾਂ ਜੰਡ ਵਰਗੇ ਦਰੱਖਤਾਂ ਨੂੰ ਸਾਂਭਣ ਦੀ, ਉਹਨਾਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣ ਦੀ, ਤਾਂ ਜੋ ਜਿਹੜਾ ਪੰਜਾਬ ਕਦੇ ਵਧੀਆ ਵਾਤਾਵਰਨ ਦੇ ਲਈ ਜਾਣਿਆ ਜਾਂਦਾ ਸੀ ਪਰ ਅੱਜ ਜਿਹੜਾ ਗੰਦਲਾ ਹੋ ਚੁੱਕਿਆ ਉਹਨੂੰ ਪਹਿਲਾਂ ਵਰਗਾ 50 ਸਾਲ ਪੁਰਾਣਾ ਵਰਗਾ ਇਨਵਾਇਰਮੈਂਟ ਦੇ ਤੌਰ 'ਤੇ ਪੰਜਾਬ ਬਣਾਇਆ ਜਾ ਸਕੇ। ਆਸ ਕਰਦੇ ਹਾਂ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ 'ਤੇ ਤੁਸੀਂ ਅਮਲ ਕਰੋਗੇ। ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਪ੍ਰੋਫੈਸਰ ਸਾਹਿਬ ਨਾਲ ਦੁਬਾਰਾ ਫੇਰ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਤਦ ਤੱਕ ਲਈ ਪ੍ਰਾਈਡ ਪੰਜਾਬ TV ਦੇਖਦੇ ਰਹੋ। ਮੈਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।